ਕਹਿੰਦੇ ਨੇ ਕਿ ਟਵਿੱਟਰ ਬੜਾ ਮਸਤਿਆ ਹੋਇਆ ਸੀ, ਹੁੰਦਾ ਵੀ ਕਿਉਂ ਨਾ ਦੁਨੀਆ ਦੇ ਉੱਤੇ ਚੜ੍ਹਾਈ ਸੀ। ਤੇ ਕਿਉਂਕਿ ਹਰ ਸਿਆਸੀ, ਧਾਰਮਿਕ, ਸਮਾਜਿਕ ਜਾਂ ਬਿਜ਼ਨਸਮੈਨ ਕੀ ਹਰ ਵਰਗ ਟਵਿੱਟਰ ਨਾਲ ਜੁੜਿਆ ਹੋਇਆ ਸੀ। ਤੇ ਜਦੋਂ ਕਿਸੇ ਚੜ੍ਹਤ ਵਾਲੇ ਉੱਤੇ ਕੋਈ ਹੋਰ ਚੜ੍ਹਾਈ ਕਰਕੇ ਆ ਜਾਏ ਤਾਂ ਫਿਰ ਚਰਚਾ ਸੁਭਾਵਿਕ ਹੀ ਹੈ। ਹੁਣ ਇਹ ਚਰਚਾ ਵੱਡੇ ਪੱਧਰ ਉੱਤੇ ਪੱਕੀ ਹੋਈ ਹੈ ਕਿ ਇੱਕ ਵੱਖਰੀ ਕੰਪਨੀ ਮੈਟਾ ਨੇ ਹੁਣ ਇੱਕ ਆਪਣਾ ਟਵਿੱਟਰ ਵਰਗਾ ਹੀ ਇੱਕ ਨਵਾਂ ਫੰਡਾ ਕਹਿ ਲਈਏ ਕਿ ਥਰੈਡਸ ਸ਼ੁਰੂ ਕੀਤਾ। ਥਰੈਡਸ ਦੇ ਪਹਿਲੇ 7-8 ਘੰਟਿਆਂ ਦੇ ਵਿੱਚ ਕਰੋੜ ਤੋਂ ਵੱਧ ਲੋਕ ਇਹਦੇ ਨਾਲ ਜੁੜੇ, ਜਿਸ ਨਾਲ ਇਹ ਚਰਚਾ ਹੋਰ ਵੀ ਵੱਡੇ ਪੱਧਰ ਤੇ ਭੱਗ ਗਈ ਹੈ ਕਿ ਜੇਕਰ ਪਹਿਲੇ 7-8 ਘੰਟਿਆਂ ਦੇ ਵਿੱਚ ਕਰੋੜ ਤੋਂ ਵੱਧ ਲੋਕ ਇਹਦੀ ਵਰਤੋਂ ਦੇ ਵਿੱਚ ਆ ਗਏ ਨੇ ਤਾਂ ਅਗਾਂਹ ਇਹ ਫਿਰ ਇੱਕ ਵੱਡੀ ਹੋਰ ਧਮਾਲ ਜ਼ਰੂਰ ਪਾਏਗਾ। ਸੋ ਇਸ ਮੁਕਾਬਲੇਬਾਜ਼ੀ ਕਹਿ ਲਈਏ ਕਿ ਇੱਕ ਪਾਸੇ ਹੁਣ ਟਵਿੱਟਰ ਹੈ ਤੇ ਦੂਜੇ ਪਾਸੇ ਥਰੈਡਸ ਆ ਗਿਆ ਹੈ। ਇਸ ਸੰਬੰਧੀ ਸਮੁੱਚੀ ਗੱਲਬਾਤ ਵਾਸਤੇ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਜੁੜੇ ਨੇ ਉੱਘੇ ਲੇਖਕ ਤੇ ਕੰਪਿਊਟਰ ਦੁਨੀਆ ਦੇ ਉੱਘੇ ਮਾਹਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾਕਟਰ CP ਸਿੰਘ ਕੰਬੋਜ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਤੁਹਾਡਾ ਚੈਨਲ ਈ ਮਿਸ਼ਨ ਪੰਜਾਬੀ ਸਵਾਗਤ ਕਰਦਾ ਹੈ। ਬਹੁਤ ਬਹੁਤ ਸ਼ੁਕਰੀਆ ਪਿੰਡਰ ਸਾਹਿਬ ਜੀ। ਈ ਮਿਸ਼ਨ ਪੰਜਾਬੀ ਦੇ ਉੱਤੇ ਤੁਸੀਂ ਜੁੜਿਆ। ਸਾਰੇ ਤੁਹਾਡੇ ਵੀਵਰਸ ਨੂੰ, ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਜੀ। ਡਾਕਟਰ ਸਾਹਿਬ, ਜਿਵੇਂ ਹੁਣ ਬੜੀ ਚਰਚਾ ਕੱਲ੍ਹ ਦੀ ਪੱਕੀ ਹੋਈ ਹੈ, ਕੱਲ੍ਹ ਲਾਂਚ ਹੋਇਆ ਹੈ ਥਰੈਡਸ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹਨੂੰ ਵੱਡੇ ਪੱਧਰ ਤੇ ਬੋਲਿਓ ਕਿ ਇਹ ਥਰੈਡਸ ਹੈ ਕੀ ਹੈ, ਇਸ ਦੀ ਕੀ ਲੋੜ ਪੈ ਗਈ। ਜੀ ਡਾਕਟਰ ਸਾਹਿਬ। ਜੀ, ਪਹਿਲਾਂ ਤਾਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਆਪਣੇ ਦਰਸ਼ਕਾਂ ਨੂੰ ਲਗਾਤਾਰ ਅਪਡੇਟ ਕਰਦੇ ਰਹਿੰਦੇ ਹੋ, ਰਾਜਨੀਤੀ ਦੇ ਨਾਲ, ਸਮਾਜਿਕ ਮੁੱਦਿਆਂ ਦੇ ਨਾਲ ਜੋੜਦੇ ਰਹਿੰਦੇ ਹੋ। ਤੇ ਤਕਨੀਕ ਦਾ ਜਦੋਂ ਮਸਲਾ ਕੋਈ ਆਉਂਦਾ ਹੈ, ਕੋਈ ਨਵੀਂ ਚੀਜ਼ ਆਉਂਦੀ ਹੈ ਤੇ ਉਹਦੇ ਬਾਰੇ ਵੀ ਤੁਸੀਂ ਚਿੰਤਤ ਹੁੰਦੇ ਹੋ। ਤੇ ਉਹ ਚਿੰਤਾ ਹੀ ਕਾਰਨ ਬਣੀ ਕਿ ਅੱਜ ਵਿਸ਼ਾ ਤੁਸੀਂ ਟਵਿੱਟਰ ਵਰਸਿਸ ਥਰੈਡਸ ਜਿਹੜਾ ਰੱਖਿਆ, ਬਹੁਤ ਅਹਿਮ ਵਿਸ਼ਾ ਹੈ। ਸੋ ਦਰਸ਼ਕਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਦੇ ਖੇਤਰ ਦੇ ਵਿੱਚ ਬਹੁਤ ਸਾਰੀਆਂ ਐਪਸ ਪਹਿਲਾਂ ਹੀ ਉਪਲਬਧ ਨੇ। ਟਵਿੱਟਰ ਐਲਨ ਮਸਕ ਦੀ ਬਣਾਈ ਹੋਈ ਇੱਕ ਐਪ ਹੈ ਤੇ ਐਲਨ ਮਸਕ ਦੀ ਟਵਿੱਟਰ ਜਿਹੜੀ ਕੰਪਨੀ ਹੈ ਉਹ ਬਹੁਤ ਸਾਲਾਂ ਤੋਂ ਲਗਾਤਾਰ ਇਹ ਐਪ ਚਲਾ ਰਹੀ ਹੈ ਤੇ ਦੁਨੀਆ ਦੇ ਬਹੁਤ ਸਾਰੇ ਵਰਤੋਂਕਾਰ, ਲਗਭਗ 26 ਕਰੋੜ ਵਰਤੋਂਕਾਰ ਟਵਿੱਟਰ ਦੇ ਉੱਤੇ ਜਿਹੜੀਆਂ ਆਪਣੀਆਂ ਟਵੀਟਸ ਕਰਦੇ ਨੇ, ਸਰਗਰਮ ਰਹਿੰਦੇ ਨੇ। ਪਰ ਪਿਛਲੇ ਕੁਝ ਸਾਲਾਂ ਤੋਂ ਥੋੜ੍ਹਾ ਜਿਹਾ ਇੱਕ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਜਿਹੜੇ ਵਰਤੋਂਕਾਰ ਨੇ ਉਹਨਾਂ ਨੂੰ ਇੱਕ ਸਮੱਸਿਆ ਆ ਰਹੀ ਸੀ। ਤੁਸੀਂ ਦੇਖ ਹੀ ਰਹੇ ਹੋ ਰੋਜ਼ ਖਬਰਾਂ ਦੇ ਵਿੱਚ ਕਿਸੇ ਦਾ ਟਵਿੱਟਰ ਦਾ ਜਿਹੜਾ ਟਵਿੱਟਰ ਹੈਂਡਲ ਬੰਦ ਹੋ ਜਾਂਦਾ ਹੈ, ਕਿਸੇ ਦਾ ਅਕਾਊਂਟ ਬੰਦ ਹੁੰਦਾ ਹੈ, ਕੋਈ ਸ਼ਿਕਾਇਤ ਕਰਦਾ ਹੈ ਕਿ ਲਾਈਵ ਸਟ੍ਰੀਮਿੰਗ ਨਹੀਂ ਹੋ ਰਹੀ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਸੀਗੀਆਂ, ਰੋਕ ਟੋਕ ਟਵਿੱਟਰ ਦੇ ਉੱਤੇ ਕੁਛ ਜ਼ਿਆਦਾ ਸੀ। ਤੇ ਇੱਧਰ ਆਪਾਂ ਦੇਖੀਏ ਤਾਂ 2016 ਤੋਂ ਪਿੰਡਰ ਸਾਹਿਬ ਜੀ ਟਵਿੱਟਰ ਤੇ ਜਿਹੜਾ ਸਾਡੇ ਕੋਲ ਫੇਸਬੁੱਕ ਹੈ, ਜਿਹੜੀ ਬਾਅਦ ਵਿੱਚ ਮੈਟਾ ਕੰਪਨੀ ਨੇ ਬਣਾ ਕੇ ਤੇ ਫੇਸਬੁੱਕ ਤੇ ਬਾਕੀ ਸਾਰੇ ਐਪਸ ਨੂੰ ਇਕੱਠਾ ਕਰ ਲਿਆ। ਸੋ ਟਵਿੱਟਰ ਤੇ ਫੇਸਬੁੱਕ ਦੇ ਵਿੱਚ 2016 ਤੋਂ ਇੱਕ ਯੁੱਧ ਚੱਲ ਰਿਹਾ, ਸਾਈਬਰ ਯੁੱਧ ਚੱਲ ਰਿਹਾ। ਜਦੋਂ ਐਲਨ ਮਸਕ ਨੇ ਐਲਾਨ ਕੀਤਾ, SpaceX ਇੱਕ ਮਿਸ਼ਨ ਲਾਂਚ ਕੀਤਾ ਕਿ ਸਪੇਸ ਦੇ ਵਿੱਚ ਜਿਹੜੇ ਨੇ ਉਹ ਬਹੁਤ ਵੱਡੀਆਂ ਖੋਜਾਂ ਕਰੇਗਾ, ਤਾਂ ਉਹਦੇ ਬਦਲੇ ਦੇ ਵਿੱਚ, ਉਹਦੇ ਟਾਕਰੇ ਦੇ ਵਿੱਚ ਜਿਹੜਾ ਹੈ ਮਾਰਕ ਜ਼ੁਕਰਬਰਗ ਹੈ, ਫੇਸਬੁੱਕ ਦਾ ਜਿਹੜਾ CEO ਹੈ, ਉਹਨਾਂ ਨੇ ਸੈਟੇਲਾਈਟ ਲਾਂਚ ਕੀਤੇ ਤੇ ਟਾਕਰਾ ਤਾਂ ਉਦੋਂ ਦਾ ਚੱਲ ਰਿਹਾ। ਪਰ ਹੁਣ ਜਦੋਂ ਟਵਿੱਟਰ ਦੇ ਵਿੱਚ ਖਾਮੀਆਂ ਪਾਈਆਂ ਗਈਆਂ, ਲੋਕਾਂ ਦੀਆਂ ਸ਼ਿਕਾਇਤਾਂ ਕੁਝ ਹੱਦ ਤੱਕ ਜਾਇਜ਼ ਨਜਾਇਜ਼ ਆ ਰਹੀਆਂ ਸੀਗੀਆਂ, ਤਾਂ ਉਸ ਟਾਈਮ ਦੇ ਵਿੱਚ ਜਿਹੜਾ ਮੈਟਾ ਨੇ ਇਹ ਲਾਭ ਬਹੁਤ ਵੱਡਾ ਲਿਆ ਤੇ ਬਹੁਤ ਹੀ ਗੁਪਤ ਰੂਪ ਦੇ ਵਿੱਚ ਇੱਕ ਐਪ ਤਿਆਰ ਕੀਤੀ ਤੇ 6 ਜੁਲਾਈ ਨੂੰ ਉਸ ਨੂੰ ਲਾਂਚ ਕਰ ਦਿੱਤਾ, ਜਿਹਦਾ ਨਾਮ ਰੱਖਿਆ ਥਰੈਡਸ। ਸੋ ਮੈਟਾ ਨੂੰ ਇਹਦਾ ਬਹੁਤ ਉਚੇਚੇ ਤੌਰ ਤੇ ਲਾਭ ਹੋਇਆ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਟਵਿੱਟਰ ਦਾ ਇੱਕ ਬਦਲ ਵੀ ਹੈ। ਟਵਿੱਟਰ ਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਵਰਤੋਂਕਾਰ ਵੇਖ ਰਹੇ ਸੀ, ਉਹ ਕਮੀਆਂ ਨੂੰ ਹੁਣ ਇੱਥੋਂ ਦੂਰ ਕਰਨ ਦਾ ਉਪਰਾਲਾ ਜਿਹੜਾ ਮੈਟਾ ਕੰਪਨੀ ਹੈ ਉਹ ਕਰ ਰਹੀ ਹੈ ਤੇ ਯੂਜ਼ਰ ਨੂੰ ਉਚੇਚੇ ਤੌਰ ਤੇ ਉਹਦਾ ਲਾਭ ਵੀ ਹੋਏਗਾ। ਜੀ ਡਾਕਟਰ ਸਾਹਿਬ, ਮੋਟੇ ਤੌਰ ਤੇ ਜਾਂ ਕਹਿ ਲਈਏ ਵੱਡੇ ਪੱਧਰ ਉੱਤੇ ਦੋਨਾਂ 'ਚ ਫਰਕ ਕੀ ਹੈ, ਦੋਨੋਂ ਤਕਨੀਕ ਦੇ ਵਿੱਚ?
ਦੇਖੋ, ਜਦੋਂ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਨਾ, ਤਾਂ ਬਹੁਤੀਆਂ ਚੀਜ਼ਾਂ ਬਦਲੀਆਂ ਨਹੀਂ ਜਾਂਦੀਆਂ। ਉਹਦਾ ਜਿਹੜਾ ਇੰਟਰਫੇਸ ਹੈ ਜਾਂ ਜਿਹੜੀ ਦਿਖਾਵਟ ਹੈ, ਉਹ ਜ਼ਿਆਦਾਤਰ ਇੱਕੋ ਜਿਹੀ ਲੱਗਦੀ ਹੈ ਵਰਤੋਂਕਾਰ ਨੂੰ, ਪਰ ਉਹਦੇ ਪਿਛਲੇ ਪਾਸੇ ਜਾਂ ਪਿੱਠ ਵਰਤੀ ਤੌਰ ਦੇ ਉੱਤੇ, ਬੈਕਗਰਾਊਂਡ ਦੇ ਉੱਤੇ ਬਹੁਤ ਸਾਰੇ ਲੌਜਿਕ, ਪ੍ਰੋਗਰਾਮਿੰਗ, ਕੋਡਿੰਗ ਅਲੱਗ ਹੁੰਦੀ ਹੈ। ਸੋ ਇਹ ਹੁਣ ਤੋਂ ਨਹੀਂ, ਦੇਖੋ ਜਦੋਂ ਟਿਕਟੋਕ ਆਇਆ ਸੀ ਤਾਂ ਉਹਦਾ ਬਦਲ ਜਿਹੜਾ ਸਾਡੇ ਕੋਲ ਫੇਸਬੁੱਕ ਹੈ ਜਾਂ ਸਾਡੇ ਕੋਲ ਇੰਸਟਾਗ੍ਰਾਮ ਹੈ, ਉਹਨੇ ਰੀਲ ਦੇ ਰੂਪ ਵਿੱਚ ਕੱਢਿਆ, ਤੇ ਸ਼ਾਰਟਸ ਦੇ ਰੂਪ ਦੇ ਵਿੱਚ ਯੂਟਿਊਬ ਦੇ ਉੱਤੇ ਉਹਦਾ ਬਦਲ ਕੱਢਿਆ। ਸੋ ਉਸੇ ਤਰ੍ਹਾਂ ਟਵਿੱਟਰ ਦਾ ਹੁਣ ਬਦਲ ਥ੍ਰੈਡਸ ਦੇ ਰੂਪ ਦੇ ਵਿੱਚ ਕੱਢਿਆ ਗਿਆ। ਇਹਨਾਂ ਦੋਨਾਂ ਦੇ ਵਿੱਚ ਬਹੁਤ ਸਾਰੀਆਂ ਭਿੰਨਤਾਵਾਂ ਨੇ। ਤੁਸੀਂ ਦੇਖੋ ਕਿ ਜਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਚੈਟ ਜੀਪੀਟੀ ਦਾ ਇੰਨਾ ਵੱਡਾ ਨਾਮ 2-3 ਦਿਨਾਂ 'ਚ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਵਰਤੋਂਕਾਰ ਉਹਨਾਂ ਦੇ ਬਣ ਗਿਆ। ਬਿਲਕੁਲ ਮੈਂ ਤਾਂ ਉਸੇ ਸਥਿਤੀ ਦੇ ਵਿੱਚ ਟਵਿੱਟਰ ਤੇ ਥ੍ਰੈਡਸ ਨੂੰ ਰੱਖ ਕੇ ਦੇਖਦਾ। ਥ੍ਰੈਡਸ ਨੇ ਇੱਕ ਦਿਨ ਦੇ ਵਿੱਚ 300 ਲੱਖ ਤੋਂ ਵੱਧ ਜਿਹੜੇ ਨੇ ਯੂਜ਼ਰ ਨੇ ਉਹ ਐਕਟਿਵ ਯੂਜ਼ਰ ਬਣਾ ਲਿਆ। ਤਾਂ ਇਹਦੇ ਪਿੱਛੇ ਕਾਰਨ ਇਹ ਹੈ ਕਿ ਜਦੋਂ ਵੀ ਕਿਸੇ ਸੋਸ਼ਲ ਮੀਡੀਆ ਐਪ ਨੇ ਪ੍ਰਚਲਿਤ ਹੋਣਾ ਹੈ, ਮਸ਼ਹੂਰ ਹੋਣਾ ਹੈ, ਤਾਂ ਉਹਦੇ ਪਿੱਛੇ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਉਹਨੂੰ ਕੀ ਵਰਤੋਂਕਾਰ, ਨਵੇਂ ਵਰਤੋਂਕਾਰ ਫਟਾਫਟ ਜਲਦੀ ਨਾਲ ਮਿਲ ਪਾਉਣਗੇ ਕਿ ਨਹੀਂ। ਸੋ ਉਸ ਖੇਤਰ ਦੇ ਵਿੱਚ ਇਹਨਾਂ ਨੇ ਆਪਣੀ ਇੱਕ ਜਿਹੜੀ ਰਣਨੀਤੀ ਬਣਾਈ, ਮੈਟਾ ਨੇ, ਮਾਰਕ ਜ਼ੁਕਰਬਰਗ ਨੇ। ਤਾਂ ਉਹਨਾਂ ਨੇ ਇਹ ਜਿਹੜੀ ਰਣਨੀਤੀ ਬਣਾਈ ਕਿ ਜੋ ਇੰਸਟਾ ਦੇ ਉੱਤੇ ਬੰਦਾ ਅਕਾਊਂਟ ਜਿਸ ਨੇ ਖੋਲਿਆ, ਉਹ ਇੰਸਟਾ ਦੇ ਰਾਹੀਂ ਸਿੱਧਾ ਹੀ ਲੌਗਇਨ ਕਰ ਸਕਦਾ ਹੈ, ਔਰ ਰੋਕ ਵੀ ਲਗਾ ਦਿੱਤੀ ਕਿ ਡਾਇਰੈਕਟ ਜਿਹੜਾ ਹੈ ਸਿੱਧਾ ਤੁਸੀਂ ਥ੍ਰੈਡਸ ਦੇ ਉੱਤੇ ਨਵਾਂ ਅਕਾਊਂਟ ਬਣਾ ਵੀ ਨਹੀਂ ਸਕਦੇ। ਸੋ ਇੰਸਟਾ ਵਾਲੇ ਜਿਹੜੇ ਯੂਜ਼ਰ ਨੇ, ਇੰਸਟਾ ਵਾਲੇ ਲੇਖਕ ਜਿਹਨੂੰ ਕ੍ਰੀਏਟਰ ਕਹਿੰਦੇ ਆ, ਤੇ ਸ਼ੁਭ ਚਿੰਤਕ ਨੇ, ਉਹੀ ਬੰਦੇ ਤੁਹਾਨੂੰ ਹੁਣ ਥ੍ਰੈਡਸ ਦੇ ਉੱਤੇ ਮਿਲ ਜਾਂਦੇ ਨੇ। ਜਾਨੀ ਕਿ ਹੁਣ ਮੈਟਾ ਨੂੰ ਨਵੇਂ ਵਰਤੋਂਕਾਰ ਲੱਭਣ ਵਾਸਤੇ ਉਡੀਕ ਕਰਨ ਦੀ ਲੋੜ ਨਹੀਂ ਪਈ। ਤੋ ਸਾਰੇ ਦੇ ਸਾਰੇ ਇੰਸਟਾ ਵਾਲੇ ਵਰਤੋਂਕਾਰ ਉਹਨਾਂ ਨੂੰ ਸਿੱਧੇ ਰੂਪ ਦੇ ਵਿੱਚ ਮਿਲ ਗਏ। ਉਹਨਾਂ ਦਾ ਆਧਾਰ ਖਾਤਾ ਜਿਹੜਾ ਹੈ ਉਹ ਉਹੀ ਰਿਹਾ। ਲੌਗਇਨ ਜਦੋਂ ਹੀ ਬੰਦਾ ਇੰਸਟਾ ਦੇ ਰਾਹੀਂ ਥ੍ਰੈਡਸ ਨੂੰ ਕਰਦਾ ਤਾਂ ਉਹੀ ਬਾਇਓਡਾਟਾ, ਪ੍ਰੋਫਾਈਲ, ਫਾਲੋਅਰਸ ਦੀ ਲਿਸਟ, ਜਾਨੀ ਕਿ ਸਾਰਾ ਡਾਟਾ ਉਹਨੂੰ ਉਹੀ ਮਿਲ ਜਾਂਦਾ ਹੈ। ਤੇ ਕ੍ਰੀਏਟਰਸ ਇਹਦੇ ਉੱਤੇ ਟਵਿੱਟਰ ਦੀ ਤਰ੍ਹਾਂ ਆਪਣੀ ਰਾਏ ਦੇ ਸਕਦੇ ਨੇ, ਵਿਚਾਰ ਦੇ ਸਕਦੇ ਨੇ, ਕੋਈ ਸਿਰਜਣਾਤਮਕ ਤਕਨੀਕੀ ਲਿਖਤਾਂ ਪਾ ਸਕਦੇ ਆ। ਆਪਾਂ ਗੱਲ ਫਰਕ ਦੀ ਕਰੀਏ ਤਾਂ ਟਵਿੱਟਰ ਦੇ ਉੱਤੇ ਇੱਕ ਅੱਖਰ ਲਿਖਣ ਦੀ, ਸ਼ਬਦ ਲਿਖਣ ਦੀ ਇੱਕ ਲਿਮਟ ਸੀ। 280 ਅੱਖਰ ਅਸੀਂ ਲਿਖ ਸਕਦੇ ਸੀ ਵੱਧ ਤੋਂ ਵੱਧ, ਪਰ ਇਹਦੇ ਵਿੱਚ ਜਿਹੜੀ ਇਹਦੀ ਲਿਮਟ 500 ਕਰੈਕਟਰ, ਜਾਨੀ ਕਿ 500 ਅੱਖਰ ਕਰ ਦਿੱਤੀ ਗਈ ਹੈ। ਟਵਿੱਟਰ ਦੇ ਉੱਤੇ ਤੁਸੀਂ ਵੀਡੀਓ ਜਿਹੜੀ ਹੈ ਉਹ ਪਾ ਸਕਦੇ ਸੀ, ਪਰ ਉਹਦੀ ਲਿਮਟ ਸੀ ਸਿਰਫ 2 ਮਿੰਟ, ਪਰ ਇਹਦੇ ਤੇ ਤੁਸੀਂ 5 ਮਿੰਟ ਦੀ ਵੀਡੀਓ ਪਾ ਸਕਦੇ ਹੋ। ਇਸੇ ਤਰ੍ਹਾਂ ਟਵਿੱਟਰ ਦੇ ਉੱਤੇ ਟਵੀਟ ਕਰਨ ਦੇ ਨਾਲ ਨਾਲ ਤੁਸੀਂ 4 ਮੀਡੀਆ ਪੋਸਟਾਂ ਵੀ ਪਾ ਸਕਦੇ ਹੋ, ਯਾਨੀ ਕਿ ਫੋਟੋਆਂ ਜਾਂ ਵੀਡੀਓ ਜਿਨ੍ਹਾਂ ਦੀ ਗਿਣਤੀ 4 ਵੱਧ ਤੋਂ ਵੱਧ ਹੋ ਸਕਦੀ ਹੈ। ਤੇ ਪਰ ਜਿਹੜਾ ਹੈ ਮੈਟਾ ਨੇ ਥ੍ਰੈਡਸ ਦੇ ਰੂਪ ਦੇ ਵਿੱਚ ਇਹਦੀ ਗਿਣਤੀ ਵਧਾ ਕੇ 10 ਕਰ ਦਿੱਤੀ ਹੈ, ਯਾਨੀ ਕਿ 10 ਫੋਟੋਆਂ ਜਾਂ ਵੀਡੀਓ ਤੁਸੀਂ ਇਹਦੇ ਉੱਤੇ ਇਕੱਠੀਆਂ ਸ਼ੇਅਰ ਕਰ ਸਕਦੇ ਹੋ। ਤੇ ਅਗਲੀ ਜਿਹੜੀ ਗੱਲ ਇਹ ਹੈ ਕਿ ਜੇ ਟਵਿੱਟਰ ਵਰਤਦੇ ਹੋ ਤਾਂ ਬਲੂ ਸਟਾਰ ਜਿਹੜੀ ਸਬਸਕ੍ਰਿਪਸ਼ਨ ਤੁਸੀਂ ਲੈਣੀ ਹੈ, ਜਿਹੜੀ ਇੱਕ ਖਾਸ ਸਹੂਲਤ ਟਵਿੱਟਰ ਦੇ ਦਰਸ਼ਕਾਂ ਨੂੰ, ਟਵਿੱਟਰ ਦੇ ਵਰਤੋਂਕਾਰਾਂ ਨੂੰ ਦਿੱਤੀ ਹੈ, ਉਹ ਕੁਝ ਪੇਮੈਂਟ ਕਰਕੇ ਦੇਣੀ ਪੈਂਦੀ ਹੈ। ਪਰ ਇਹਦੇ ਵਿੱਚ ਥ੍ਰੈਡਸ ਦੇ ਵਿੱਚ ਸਾਰਾ ਕੁਝ ਫ੍ਰੀ ਹੈ। ਟਵਿੱਟਰ ਤੁਸੀਂ ਬਰਾਊਜ਼ਰ ਦੇ ਉੱਤੇ ਵੀ ਚਲਾ ਸਕਦੇ ਹੋ, ਯਾਨੀ ਕਿ ਕੰਪਿਊਟਰ ਦੇ ਉੱਤੇ ਵੀ, ਤੇ ਆਪਣੇ ਮੋਬਾਈਲ ਦੇ ਵਿੱਚ ਐਪ ਦੇ ਰੂਪ ਦੇ ਵਿੱਚ ਵੀ ਚਲਾ ਸਕਦੇ ਹੋ। ਪਰ ਪਿੰਡਰ ਸਾਹਿਬ, ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿਹੜਾ ਥ੍ਰੈਡਸ ਹੈ ਉਹ ਮੂਲ ਰੂਪ ਦੇ ਵਿੱਚ ਐਪ ਹੀ ਹੈ, ਜਿਹਨੂੰ ਤੁਸੀਂ ਐਂਡਰੋਇਡ ਜਾਂ iOS ਫੋਨ ਦੇ ਉੱਤੇ ਹੀ ਵਰਤ ਸਕਦੇ ਹੋ। ਫਿਲਹਾਲ ਕੰਪਿਊਟਰ ਦੇ ਉੱਤੇ, ਬਰਾਊਜ਼ਰ ਦੇ ਉੱਤੇ ਵਰਤਣ ਦੀ ਕੋਈ ਸੁਵਿਧਾ ਨਹੀਂ ਹੈ। ਤੇ ਟਵਿੱਟਰ ਦੇ ਉੱਤੇ ਅਸੀਂ ਕਿਸੇ ਚੀਜ਼ ਨੂੰ ਟ੍ਰੈਂਡ ਕਰਨ ਦੇ ਲਈ, ਕਿ ਉਹਨੂੰ ਮਸ਼ਹੂਰ ਕਰਨਾ ਹੈ, ਕਿਸੇ ਟੌਪਿਕ ਨੂੰ, ਕਿਸੇ ਵਿਸ਼ੇ ਨੂੰ, ਤਾਂ ਹੈਸ਼ਟੈਗ ਦੀ ਵਰਤੋਂ ਕਰਦੇ ਸੀ। ਪਰ ਥ੍ਰੈਡਸ ਦੇ ਉੱਤੇ ਹੈਸ਼ਟੈਗ ਦੀ ਵਰਤੋਂ ਜਿਹੜੀ ਹੈ ਉਹ ਸੰਭਵ ਨਹੀਂ ਹੈ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਅੰਤਰ ਨੇ। ਤੋ ਜਿਵੇਂ ਜਿਵੇਂ ਵਰਤੋਂਕਾਰ ਇਹਨਾਂ ਨੂੰ ਵਰਤ ਰਿਹਾ, ਥ੍ਰੈਡਸ ਨੂੰ ਵਰਤ ਰਿਹਾ, ਆਪਣੇ ਆਪਣੇ ਉਹ ਵਿਊ ਵੀ ਦੇ ਰਿਹਾ ਸੋਸ਼ਲ ਮੀਡੀਆ ਦੇ ਉੱਤੇ, ਬਹੁਤ ਸਾਰੇ ਜਿਹੜੀਆਂ ਟਿੱਪਣੀਆਂ ਉਹ ਵਰਤੋਂਕਾਰਾਂ ਦੀਆਂ ਆ ਰਹੀਆਂ ਨੇ। ਤੇ ਆਪਾਂ ਆਉਣ ਵਾਲੇ ਸਮੇਂ 'ਚ ਬੜੇ ਚੰਗੀ ਤਰ੍ਹਾਂ ਇਸ ਤਸਵੀਰ ਨੂੰ ਸਮਝ ਪਾਵਾਂਗੇ ਕਿ ਥ੍ਰੈਡਸ ਵਰਤੋਂਕਾਰਾਂ ਨੂੰ ਕਿਹੜੇ ਪਾਸੇ ਲਿਜਾ ਰਿਹਾ ਹੈ। ਡਾਕਟਰ ਸਾਹਿਬ, ਜਿਵੇਂ ਸੋਸ਼ਲ ਮੀਡੀਆ ਉੱਪਰ ਜਿਹੜੇ ਐਪ ਇਸ ਵੇਲੇ ਕਰੀਬ 2.5 ਦਰਜਨ ਤੋਂ ਵੱਧ ਕੰਮ ਕਰ ਰਹੇ ਨੇ, ਪਰੰਤੂ ਜੇਕਰ ਆਪਾਂ ਦੇਖੀਏ, ਗੱਲ ਕਰਦੇ ਆਪਾਂ ਟਵਿੱਟਰ ਤੇ ਨਵੀਂ ਐਪ ਲਾਂਚ ਹੋਈ ਹੈ ਥ੍ਰੈਡਸ, ਇਹਨਾਂ ਦੇ ਵਿੱਚ ਆਪਸ ਦੇ ਵਿੱਚ ਮੁਕਾਬਲੇਬਾਜ਼ੀ ਦੇ ਕਿਹੜੇ ਅੰਸ਼ ਹੈ? ਕਿੱਥੋਂ ਆਪਾਂ ਸਮਝਦੇ ਹਾਂ ਕਿ ਇਹਨਾਂ ਦੇ ਵਿੱਚ ਇੱਕ ਵੱਡਾ ਮੁਕਾਬਲਾ ਹੈ?
ਕਿਉਂਕਿ ਦੁਨੀਆ ਦੇ ਵਿੱਚ ਇਹ ਅੱਜ ਵੱਡੀ ਚਰਚਾ ਦੀ ਗੱਲ ਤੁਰੀ ਹੋਈ ਹੈ, ਬਣੀ ਹੋਈ ਹੈ। ਮੋਟੇ ਤੌਰ ਤੇ ਖੋਲਿਓ ਕਿ ਕਿਹੜਾ ਮੁਕਾਬਲਾ ਹੈ ਤੇ ਉਹ ਮੁਕਾਬਲੇ ਦੇ ਕਿਹੜੇ ਖੇਤਰ ਨੇ ਜਿੱਥੋਂ ਆਪਾਂ ਸਹਿਜੇ ਦੇਖ ਸਕਾਂਗੇ ਕਿ ਇਹ ਦੋਨੇ ਐਪਸ ਦੇ ਵਿੱਚ ਮੁਕਾਬਲੇਬਾਜ਼ੀ ਸ਼ੁਰੂ ਹੋ ਗਈ। ਬਿਲਕੁਲ, ਆਪਾਂ ਇਹ ਦੇਖ ਸਕਦੇ ਹਾਂ ਕਿ ਮਨੁੱਖਤਾ ਦੇ ਵਿੱਚ ਸੁਭਾਵਿਕ ਤੌਰ ਤੇ ਇੱਕ ਮੁਕਾਬਲੇ ਦਾ ਜਿਹੜਾ ਹੈ ਉਹ ਜਿਹੜਾ ਹੈ ਗੁਣ ਹੁੰਦਾ ਹੈ। ਤੇ ਆਪਾਂ ਜੇ ਸਾਈਬਰ ਸੰਸਾਰ ਦੀ ਗੱਲ ਕਰੀਏ, ਇਹਨਾਂ ਕੰਪਨੀਆਂ ਦੀ ਗੱਲ ਕਰੀਏ, ਤਾਂ ਹਰ ਕੰਪਨੀ ਜਿਹੜੀ ਹੈ ਉਹ ਦੂਜੀ ਕੰਪਨੀ ਦੇ ਨਾਲ ਮੁਕਾਬਲਾ ਕਰਕੇ ਚੱਲਦੀ ਹੈ, ਆਪਣੇ ਉਤਪਾਦਾਂ ਨੂੰ ਉਹਦੇ ਮੁਕਾਬਲੇ ਦੇ ਵਿੱਚ ਉਤਾਰਦੀ। ਜਿਵੇਂ ਤੁਸੀਂ ਐਪਲ ਦਾ ਦੇਖੋ ਕਿ ਆਈਫੋਨ ਬਣਾ ਲਿਆ ਉਹਨਾਂ ਨੇ, ਤਾਂ ਬਾਕੀ ਕੰਪਨੀਆਂ ਦੇ ਨਾਲ ਮੁਕਾਬਲਾ ਕਰਨ ਦੇ ਲਈ ਆਈਫੋਨ ਦੇ ਜਿਹੜੇ ਆਪਰੇਟਿੰਗ ਸਿਸਟਮ ਹੈ ਉਹਨੂੰ ਹੋਰ ਮਜ਼ਬੂਤ ਕੀਤਾ, ਹੋਰ ਛੋਟੀ ਛੋਟੀ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸੇ ਤਰ੍ਹਾਂ ਜਿਹੜੀ ਮੈਟਾ ਕੰਪਨੀ ਹੈ ਉਹਨੇ ਫੇਸਬੁੱਕ ਤੇ ਹੋਰ ਤਮਾਮ ਜਿਹੜੀਆਂ ਐਪਸ ਬਣਾ ਲਈਆਂ। ਸੋ ਉਤਪਾਦ ਦੇ ਤੌਰ ਤੇ, ਐਪਸ ਦੇ ਤੌਰ ਤੇ ਬਹੁਤ ਵੱਡਾ ਕੰਮ ਕਰ ਲਿਆ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ ਦੀ ਕਮੀ ਰੜਕਦੀ ਸੀ ਕਿ ਸਾਡੇ ਕੋਲ ਜਿਹੜੇ ਵਰਤੋਂਕਾਰ ਨੇ ਸੋਸ਼ਲ ਮੀਡੀਆ ਦੇ ਉੱਤੇ ਜੋੜਨ ਦੇ ਲਈ ਉਹਨਾਂ ਦੀ ਗਿਣਤੀ ਘੱਟ ਹੈ। ਤੇ ਟਵਿੱਟਰ ਦੇ ਉੱਤੇ ਬਹੁਤ ਜ਼ਿਆਦਾ ਹੈ, ਕਿਉਂਕਿ ਉਹਦੇ ਉੱਤੇ ਟ੍ਰੈਂਡ ਹੈ ਅੱਜ ਕੱਲ੍ਹ ਚੱਲ ਰਿਹਾ ਪੂਰੀ ਦੁਨੀਆ ਦੇ ਉੱਤੇ ਕਿ ਟਵੀਟ ਕਰਦੇ ਹੋ ਤੇ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਜਾਓ। ਸੋ ਉਹ ਟ੍ਰੈਂਡ ਨੂੰ ਵੇਖਦੇ ਹਾਂ, ਕਿਉਂਕਿ ਟਵਿੱਟਰ ਕੀ ਹੈ, ਇੱਕ ਸਾਡੇ ਕੋਲ ਸ਼ਾਰਟ ਮੈਸੇਜਿੰਗ ਸਰਵਿਸ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਮਾਈਕਰੋ ਬਲੌਗਿੰਗ ਹੈ, ਯਾਨੀ ਕਿ ਸ਼ਬਦਾਂ ਦੇ ਰਾਹੀਂ ਚੈਟ ਕਰ ਸਕਦੇ ਹੋ, ਸ਼ਬਦੀ ਚਰਚਾ ਕਰ ਸਕਦੇ ਹੋ। ਪਰ ਦੂਜੇ ਪਾਸੇ ਇੰਸਟਾਗ੍ਰਾਮ ਦੇ ਉੱਤੇ ਫੋਟੋਆਂ ਜਾਂ ਵੀਡੀਓ ਪਾਉਣ ਦਾ ਰੁਝਾਨ ਹੈ। ਤੋ ਜਿਹੜੀ ਫੇਸਬੁੱਕ ਹੈ, ਮੈਟਾ ਹੈ, ਉਹਨੇ ਇਹ ਦੇਖਿਆ ਕਿ ਦੋਨੇ ਚੀਜ਼ਾਂ ਨੂੰ ਕਿਉਂ ਨਾ ਇਕੱਠਾ ਕਰ ਦਿੱਤਾ ਜਾਵੇ। ਸੋ ਇਕੱਠਾ ਕਰਨ ਦੇ ਲਈ, ਹਾਲਾਂਕਿ ਜੇ ਆਪਾਂ ਐਲਨ ਮਸਕ ਦੀ ਜ਼ੁਬਾਨੀ ਸੁਣੀਏ ਕਿ ਉਹਨਾਂ ਨੇ ਇਹਦੇ ਤੇ ਦੋਸ਼ ਲਗਾਇਆ ਕਿ ਉਹਨਾਂ ਦਾ ਸੌਫਟਵੇਅਰ ਦੀ ਨਕਲ ਕੀਤੀ ਹੈ, ਤੋ ਮੈਂ ਸਮਝਦਾ ਕਿ ਕਾਫੀ ਹੱਦ ਤੱਕ ਦਿਖਾਵਟ ਦੇ ਵਿੱਚ ਬਹੁਤ ਹੱਦ ਤੱਕ ਜਿਹੜੀ ਨਕਲ ਵਾਲੇ ਅੰਸ਼ ਮਿਲਦੇ ਵੀ ਨੇ। ਪਰ ਇਹ ਚੀਜ਼ ਵੱਖਰਾ ਕਰਦੀ ਹੈ ਕਿ ਥ੍ਰੈਡਸ ਦੇ ਉੱਤੇ ਤੁਸੀਂ ਆਪਣੇ ਸੁਨੇਹੇ ਦੀ ਲੰਬਾਈ ਵਧਾ ਸਕਦੇ ਹੋ, ਤੇ ਜਿਹੜੀਆਂ ਫੋਟੋਆਂ ਤੇ ਵੀਡੀਓਜ਼ ਦੀ ਗਿਣਤੀ ਤੇ ਉਹਦੀ ਵੀ ਲੰਬਾਈ ਤੁਸੀਂ ਇਹਦੇ ਉੱਤੇ ਵਧਾ ਸਕਦੇ ਹੋ। ਪਰ ਇਹ ਮੁਕਾਬਲਾ ਬਹੁਤ ਫਸਵਾਂ ਹੈ। ਮੈਂ ਪਹਿਲਾਂ ਦੱਸਿਆ ਕਿ ਜਿਹੜੇ ਵਰਤੋਂਕਾਰ ਸੀ ਕੁਝ ਹੱਦ ਤੱਕ ਕਈ ਵਰਤੋਂਕਾਰ ਨਾਰਾਜ਼ ਸੀਗੇ ਟਵਿੱਟਰ ਤੋਂ, ਕਿਉਂਕਿ ਟਵਿੱਟਰ ਦੇ ਅਕਾਊਂਟ ਨੂੰ ਲੈ ਕੇ, ਉਹਨਾਂ ਦੀ ਜਿਹੜੀ ਹੈ ਸਿਕਿਉਰਿਟੀ ਨੂੰ, ਸੁਰੱਖਿਆ ਨੂੰ ਲੈ ਕੇ, ਉਹ ਤਮਾਮ ਚੀਜ਼ਾਂ ਜਿਹੜੀ ਹੈ ਥ੍ਰੈਡ ਦੇ ਰਾਹੀਂ ਮੈਟਾ ਨੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਿਲਕੁਲ ਮੁਕਾਬਲੇ ਦੇ ਵਿੱਚ ਆ ਖੜੀ ਹੋਈ ਹੈ। ਤੇ ਆਪਾਂ ਦੇਖ ਸਕਦੇ ਹਾਂ ਕਿ ਜਦੋਂ ਦਾ ਥ੍ਰੈਡਸ ਲਾਂਚ ਹੋਇਆ ਉਦੋਂ ਤੋਂ ਟਵਿੱਟਰ ਦੇ ਉੱਤੇ ਜਿਹੜੀ ਹਨੇਰੀ ਝੁੱਲੀ ਹੋਈ ਸੀ, ਕਾਫੀ ਹੱਦ ਤੱਕ ਉਹ ਸ਼ਾਂਤ ਹੁੰਦੀ ਜਾਪ ਰਹੀ ਹੈ। ਤੇ ਇੱਧਰ ਨਵੇਂ ਜਿਹੜੇ ਯੂਜ਼ਰ ਨੇ, ਜਿਹੜੇ ਆਲਰੇਡੀ ਸਾਡੇ ਕੋਲ ਇੰਸਟਾਗ੍ਰਾਮ ਦੇ ਉੱਤੇ ਸੀ, ਉਹ ਤਕਰੀਬਨ ਜ਼ਿਆਦਾਤਰ ਯੂਜ਼ਰ ਉਹਨਾਂ ਨੇ ਥ੍ਰੈਡਸ ਨੂੰ ਐਕਟਿਵ ਕਰ ਲਿਆ, ਸਰਗਰਮ ਕਰ ਲਿਆ ਤੇ ਆਪਣੀ ਹੋਂਦ ਉੱਥੇ ਜਿਤਾਉਣ ਲੱਗ ਗਏ ਨੇ। ਸੋ ਮੈਨੂੰ ਲੱਗਦਾ ਹੈ ਕਿ ਮੁਕਾਬਲੇ ਦੀ ਇਹ ਪਰੰਪਰਾ ਜਾਰੀ ਰਹਿਣੀ ਚਾਹੀਦੀ ਹੈ, ਉਹਦੇ ਨਾਲ ਇੱਕ ਗੁਣਵੱਤਾ ਮਿਲਦੀ ਹੈ ਵਰਤੋਂਕਾਰਾਂ ਨੂੰ। ਤਾਂ ਮੁਕਾਬਲੇ ਦੇ ਦੌਰ ਦੇ ਵਿੱਚ ਚੀਜ਼ਾਂ ਸਸਤੀਆਂ ਵੀ ਮਿਲਦੀਆਂ ਨੇ। ਸੋ ਇਹਨਾਂ ਨੇ ਇੱਕ ਵਾਰੀ ਬਿਲਕੁਲ ਮੁਫਤ ਕੀਤਾ ਹੈ, ਪਰ ਆਉਣ ਵਾਲਾ ਸਮਾਂ ਦੱਸੇਗਾ ਕਿ ਕਿੰਨੀ ਕੁ ਦੇਰ ਜਾਂ ਕਿੰਨੀਆਂ ਕੁ ਸਹੂਲਤਾਂ ਜਿਹੜੀ ਹੈ ਮੈਟਾ ਕੰਪਨੀ ਉਹ ਮੁਫਤ ਦੇਗੀ। ਇਹ ਗੱਲ ਤਾਂ ਯਕੀਨੀ ਹੈ ਕਿ ਡਾਟਾ ਦੇ ਲਿਹਾਜ਼ ਨਾਲ ਮੈਟਾ ਦਾ ਕੋਈ ਮੁਕਾਬਲਾ ਕਰਨ ਵਾਲੀ ਦੂਜੀ ਕੰਪਨੀ ਨਹੀਂ ਹੈ, ਕਿਉਂਕਿ ਸਭ ਤੋਂ ਵੱਧ ਡਾਟਾ ਜਿਹੜਾ ਹੈ ਉਹ ਟਵਿੱਟਰ ਦੇ ਮੁਕਾਬਲੇ ਉਹ ਸਾਡੇ ਕੋਲ ਮੈਟਾ ਦੇ ਕੋਲ ਉਪਲਬਧ ਹੈ। ਸੋ ਉਸ ਡਾਟੇ ਨੂੰ ਜਿਹੜਾ ਵਿਸ਼ਲੇਸ਼ਣ ਕਰਨ ਦੇ ਲਈ, ਜਾਂ ਜਿਹੜਾ ਵਰਤੋਂਕਾਰ ਹੈ ਉਹਨੂੰ ਉਹਦਾ ਹੀ ਪਰਸਨਲ ਡਾਟਾ ਐਨਾਲਿਸਿਸ ਕਰਕੇ ਉਹਨੂੰ ਕੀ ਸੁਵਿਧਾਵਾਂ ਦੇਣੀਆਂ ਨੇ, ਇਹਦੇ ਬਾਰੇ ਵੀ ਜਿਹੜੀ ਮੈਟਾ ਹੈ ਉਹ ਸੋਚ ਸਕਦੀ ਹੈ ਅੱਗੇ ਜਾ ਕੇ, ਕਿਉਂਕਿ ਡਾਟਾ ਬਹੁਤ ਵੱਡੀ ਤਾਦਾਦ ਦੇ ਵਿੱਚ ਹੈ। ਜੀ ਕੰਬੋਜ ਸਾਹਿਬ, ਜਿਵੇਂ ਕਿ ਟਵਿੱਟਰ ਤੇ ਪਹਿਲਾਂ ਇਹ ਸੀਗਾ ਵੀ ਕਿਸੇ ਦਾ ਟਵੀਟ ਰੱਦ ਕਰ ਦੇਣਾ ਜਾਂ ਖਾਤਾ ਧਾਰਕ ਦਾ ਜਿਹੜਾ ਖਾਤਾ ਉਹ ਬੈਨ ਕਰ ਦੇਣਾ, ਤੇ ਕੀ ਇਦਾਂ ਦਾ ਥ੍ਰੈਡਸ ਦੇ ਵਿੱਚ ਵੀ ਇਹ ਮਾਹੌਲ ਹੋਏਗਾ? ਭਾਵੇਂ ਅੱਜ ਨਹੀਂ, ਅਗਲੇ ਸਮੇਂ ਕੋਈ ਇਦਾਂ ਦੀ ਸੰਭਾਵਨਾ ਬਣੇਗੀ? ਕਿਉਂਕਿ ਜਿਹੜੇ ਖਾਤਾ ਧਾਰਕ ਨੇ ਉਹ ਤਾਂ ਖੁੱਲ੍ਹ ਕੇ ਆਪਣੀ ਹਰ ਗੱਲ ਕਰਨ ਨੂੰ ਮਤਲਬ ਬੜੀ ਤੀਬਰਤਾ ਦੇ ਨਾਲ ਅੱਗੇ ਵਧਣਗੇ। ਤਾਂ ਕੀ ਅੱਗੇ ਸੰਭਾਵਨਾਵਾਂ ਇਸ ਸੰਬੰਧੀ ਕਿੱਦਾਂ ਦੀਆਂ ਤੁਹਾਡੇ ਮੁਤਾਬਕ ਨਜ਼ਰ ਪੈ ਰਹੀਆਂ? ਮੈਨੂੰ ਨਿੱਜੀ ਤੌਰ ਤੇ ਇਹ ਲੱਗਦਾ ਹੈ ਪਿੰਡਰ ਸਾਹਿਬ ਕਿ ਐਲਨ ਮਸਕ ਜਿਹੜਾ ਹੈ ਬੜੀ ਤਨਦੇਹੀ ਦੇ ਨਾਲ ਡਾਟੇ ਦੀ ਸੁਰੱਖਿਆ ਵੱਲ ਤਵੱਜੋ ਦੇ ਰਿਹਾ ਹੈ। ਡਾਟਾ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਟਵਿੱਟਰ ਦੇ ਉੱਤੇ ਸੁਰੱਖਿਅਤ ਹੈ, ਪਰ ਸਾਈਬਰ ਜਿਹੜੇ ਕਾਨੂੰਨ ਬਣੇ ਨੇ, ਅਲੱਗ-ਅਲੱਗ ਮੁਲਕਾਂ ਦੇ ਅਲੱਗ-ਅਲੱਗ ਕਾਨੂੰਨ, ਤੇ ਸਰਕਾਰਾਂ ਜਿਹੜੀਆਂ ਨੇ
ਉਹ ਇਹ ਜਿਹੜੇ ਟਵਿੱਟਰ ਦੇ ਜਿਹੜੇ ਕੰਪਨੀਆਂ ਜਾਂ ਹੋਰ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ, ਉਹਨਾਂ ਨੂੰ ਆਪਣੇ ਕਲਾਵੇ 'ਚ ਲੈ ਕੇ ਉਹਨਾਂ ਨੂੰ ਸਿੱਧੇ ਤੌਰ 'ਤੇ ਜਿਹੜਾ ਹੈ ਜ਼ੋਰ ਪਾਉਂਦੀਆਂ ਨੇ ਉਹਨੂੰ ਰੈਗੂਲੇਟ ਕਰਨ ਦੇ ਲਈ। ਸੋ ਉਸ ਕਰਕੇ ਕੁਝ ਨਿਯਮ, ਕੁਝ ਕਦਮ ਜਿਹੜੇ ਨੇ ਉਹ ਕੰਪਨੀਆਂ ਨੂੰ ਪੁੱਟਣੇ ਪੈਂਦੇ ਨੇ। ਪਰ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਆਜ਼ਾਦ ਮੰਚ ਹੈ, ਆਜ਼ਾਦ ਪਲੇਟਫਾਰਮ ਹੈ, ਅਤੇ ਹਰੇਕ ਬੰਦੇ ਨੂੰ ਖੁੱਲ੍ਹ ਦਿਲੀ ਦੇ ਨਾਲ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਸੋ ਉਹ ਆਜ਼ਾਦੀ ਕੁਝ ਹੱਦ ਤੱਕ ਖੁੱਸਦੀ ਹੋਈ ਨਜ਼ਰ ਆ ਰਹੀ ਸੀ, ਪਰ ਹੁਣ ਥ੍ਰੈਡਸ ਦੇ ਰੂਪ ਦੇ ਵਿੱਚ ਇੱਕ ਨਵੀਂ ਆਸ ਦੀ ਕਿਰਨ ਸਾਡੇ ਸਾਹਮਣੇ ਆਈ ਹੈ ਕਿ ਹੁਣ ਅਸੀਂ ਆਪਣੇ ਵਿਚਾਰ ਜਿਹੜੇ ਨੇ, ਵਿਚਾਰਾਂ ਦੀ ਜਿਹੜੀ ਆਜ਼ਾਦੀ ਹੈ ਉਹਨੂੰ ਕਾਫੀ ਹੱਦ ਤੱਕ ਅਸੀਂ ਬਚਾ ਸਕਾਂਗੇ। ਫਿਲਹਾਲ ਤਾਂ ਜਿਹੜਾ ਹੈ ਉਮੀਦ ਨਹੀਂ ਹੈ ਕਿ ਥ੍ਰੈਡ ਦੇ ਉੱਤੇ ਇਸ ਤਰ੍ਹਾਂ ਦੀ ਰੋਕਾਂ ਹੋਣਗੀਆਂ, ਪਰ ਸਮੇਂ-ਸਮੇਂ ਦੇ ਉੱਤੇ ਕਾਨੂੰਨ ਬਦਲ ਜਾਂਦੇ ਨੇ, ਜਿਹੜੀਆਂ ਕੰਪਨੀਆਂ ਦੀਆਂ ਆਪਣੀਆਂ ਯੋਜਨਾਵਾਂ, ਪਾਲਿਸੀਜ਼ ਬਦਲ ਜਾਂਦੀਆਂ ਨੇ। ਸੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਕਿਸ ਤਰ੍ਹਾਂ ਦਾ ਜਿਹੜਾ ਭਵਿੱਖ ਹੋਏਗਾ। ਜਿਸ ਤਰ੍ਹਾਂ ਕੰਬੋਜ ਸਾਹਿਬ ਦੇਖਿਆ ਜਾਂਦਾ ਕਿ ਨਵੀਂ ਜਿਹੜੀ ਐਪ ਹੈ ਉਹਦੀ ਜਿਹੜੀ ਅਗਲੀ ਪਲਾਂਘ ਦੇ ਨਾਲ ਵਿਚਾਰਾਂ ਦੀ ਪ੍ਰਗਟਾਵਾ ਜਿਹੜਾ ਕਰਨਾ ਹੈ ਉਹ ਆਜ਼ਾਦੀ ਮਿਲੂਗੀ ਦੁਨੀਆ ਭਰ ਦੇ ਵਿੱਚ। ਪਰ ਇਹਦੇ ਨਾਲ ਇੱਕ ਦੂਜਾ ਪਹਿਲੂ ਜਾਂ ਦੂਜਾ ਪੱਖ ਇਹ ਵੀ ਸਾਹਮਣੇ ਆਉਂਦਾ ਹੈ ਕਿ ਸਰਕਾਰਾਂ ਨੂੰ ਜਾਂ ਜਿਹੜੇ ਜ਼ਿੰਮੇਵਾਰ ਸੰਸਥਾਵਾਂ ਉੱਤੇ ਲੋਕ ਨੇ ਉਹਨਾਂ ਲਈ ਇਹ ਕਿਤੇ ਨਾ ਕਿਤੇ ਫਾਇਦੇ ਵਾਲੀ ਗੱਲ ਵੀ ਸਾਬਤ ਹੋਏਗੀ, ਕਿਉਂਕਿ ਐਪਸ ਦੇ ਵਿੱਚ ਜਿਹੜੀ ਮੁਕਾਬਲੇਬਾਜ਼ੀ ਹੈ, ਕਿਉਂਕਿ ਰੌਲਾ ਇੱਕ ਹੁੰਦਾ, ਰੌਲਾ ਇੱਕ ਘਚੌੜਾ, ਫਿਰ ਕਈ ਵਾਰ ਵੱਡੀਆਂ ਸਰਕਾਰਾਂ ਨੂੰ, ਵੱਡੀਆਂ ਸੰਸਥਾਵਾਂ ਨੂੰ, ਵੱਡੇ ਲੋਕਾਂ ਨੂੰ, ਵੱਡੀ ਦੁਨੀਆ ਨੂੰ ਵੱਡੇ ਫਾਇਦੇ ਵੀ ਹੁੰਦੇ ਨੇ। ਇਸ ਸੰਬੰਧੀ ਤੁਹਾਡਾ ਕੀ ਵਿਚਾਰ? ਮੇਰਾ ਆਪਣਾ ਨਿੱਜੀ ਅਨੁਭਵ ਇਹ ਹੈ ਕਿ ਸੋਸ਼ਲ ਮੀਡੀਆ ਲੋਕਾਂ ਨੂੰ ਆਪਸ ਵਿੱਚ ਜੋੜਨ ਦੇ ਲਈ ਬਣਿਆ, ਔਰ ਪੂਰੇ ਸੰਸਾਰ ਨੂੰ ਇੱਕ ਗਲੋਬਲ ਪਿੰਡ ਆਪਾਂ ਜੇ ਕਹਿੰਦੇ ਹਾਂ ਤਾਂ ਉਹ ਅੱਜ ਸੋਸ਼ਲ ਮੀਡੀਆ ਦੇ ਕਰਕੇ ਹੀ ਸੰਭਵ ਹੋਇਆ। ਸੋ ਉਹਦੇ ਉੱਤੇ ਸਰਕਾਰਾਂ ਨੂੰ ਕਿਉਂ ਲਗਾਮ ਕੱਸਣੀ ਪਈ, ਕਿਉਂ ਨਕੇਲ ਪਾਉਣੀ ਪਈ, ਉਹਦੇ ਲਈ ਕੁਝ ਹੱਦ ਤੱਕ ਜਿਹੜੇ ਸਾਡੇ ਨਾਗਰਿਕ ਨੇ ਉਹ ਵੀ ਆਪਣੇ ਜਿਹੜੇ ਕਰਤੱਵ ਨੇ ਉਹ ਭੁੱਲ ਚੁੱਕੇ ਨੇ। ਅਸੀਂ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਗਲਤ ਕਰਦੇ ਹਾਂ। ਅਸੀਂ ਜਿਹੜਾ ਹੈ, ਇੱਕ ਤਾਂ ਚਲੋ ਇਹ ਵੱਖਰੀ ਗੱਲ ਹੋ ਗਈ ਕਿ ਆਪਣਾ ਨਿੱਜ ਨੂੰ ਜ਼ਿਆਦਾ ਅਸੀਂ ਪ੍ਰਦਰਸ਼ਿਤ ਕਰ ਰਹੇ ਹਾਂ, ਚਲੋ ਉਹ ਸਾਰਿਆਂ ਦੀ ਹੁਣ ਮਨੁੱਖੀ ਬਿਰਤੀ ਇੱਦਾਂ ਦੀ ਬਣ ਗਈ ਹੈ। ਪਰ ਦੰਗੇ ਭੜਕਾਉਣ ਦੇ ਲਈ, ਜਾਤ ਪਾਤ ਦਾ ਵਿਰੋਧ, ਧਰਮਾਂ ਦੀਆਂ ਵਲਗਣਾਂ ਤੋਂ ਜਿਹੜਾ ਹੈ ਉੱਪਰ ਉੱਠ ਕੇ ਭੇਦਭਾਵ ਪੈਦਾ ਕਰਨਾ, ਸਮਾਜ ਦੇ ਵਿੱਚ ਬਹੁਤ ਸਾਰੇ ਸ਼ਰਾਰਤੀ ਅਨਸਰ ਜਿਨ੍ਹਾਂ ਦਾ ਜਿਹੜਾ ਮੰਤਵ ਹੀ ਇਹੀ ਹੈ, ਇੱਕ ਪੂਰੇ ਵੱਡੇ ਗਰੁੱਪ ਦੇ ਵਿੱਚ ਸੱਥ ਦੇ ਰੂਪ ਦੇ ਵਿੱਚ, ਸਾਈਬਰ ਸੱਥ ਦੇ ਰੂਪ ਦੇ ਵਿੱਚ ਉਹ ਕੰਮ ਕਰਦੇ ਨੇ। ਸੋ ਇਹ ਰੁਝਾਨ ਬਹੁਤ ਮਾੜਾ ਹੈ, ਤੇ ਕਈ ਪਾਰਟੀਆਂ, ਕਈ ਰਾਜਨੀਤਿਕ ਪਾਰਟੀਆਂ ਨਿੱਜੀ ਤੌਰ 'ਤੇ ਵੀ ਉਹਨਾਂ ਨੇ ਆਪਣੇ IT ਸੈੱਲ ਜਿਹੜੇ ਨੇ ਉਹ ਸਰਗਰਮ ਕੀਤੇ ਨੇ, ਤੇ ਉਹ ਵੀ ਕਈ ਵਾਰੀ ਬੜੀਆਂ ਕੋਝੀਆਂ ਚਾਲਾਂ ਦੇ ਰਾਹੀਂ ਲੋਕਾਂ ਤੱਕ ਜਿਹੜੀ ਆਪਣੀ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਸੋ ਰਲ ਮਿਲ ਕੇ ਇਹ ਸਰਕਾਰਾਂ ਤੇ ਆਮ ਨਾਗਰਿਕ ਜਿਹੜੇ ਨੇ ਉਹਨਾਂ ਨੇ ਇਸ ਮੀਡੀਆ ਨੂੰ ਜਦੋਂ ਦੂਸ਼ਿਤ ਕੀਤਾ ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਨੇ, ਨਿਯਮ ਜਿਹੜੇ ਨੇ ਉਹ ਜਿਹੜੇ ਹੈ ਲਾਗੂ ਕਰਨੇ ਪਏ ਸਰਕਾਰਾਂ ਨੂੰ ਜਾਂ ਇਹੋ ਜਿਹੀਆਂ ਏਜੰਸੀਆਂ ਨੂੰ। ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਸੋਸ਼ਲ ਮੀਡੀਆ ਨੂੰ ਜਿਹੜਾ ਹੈ ਪਿਆਰ ਦੀ ਭਾਵਨਾ ਜਿਹੜੀ ਹੈ, ਭਾਈਚਾਰੇ ਦੀ ਭਾਵਨਾ ਹੈ, ਉਹਨੂੰ ਵਧਾਉਣ ਦੇ ਲਈ, ਉਹ ਕਾਇਮ ਰੱਖਣ ਦੇ ਲਈ ਜਿਹੜਾ ਹੈ ਸੋਸ਼ਲ ਮੀਡੀਆ ਵਰਤੀਏ। ਔਰ ਉਹਦੇ ਪਿੱਛੇ ਸਾਡੀ ਜਿਹੜੀ ਮਨਸ਼ਾ ਸਿਰਫ ਇਹੀ ਹੋਣੀ ਚਾਹੀਦੀ ਹੈ ਕਿ ਮਿਲਵਰਤਨ ਦਾ ਦੌਰ ਹੋਵੇ, ਗਿਆਨ ਵਿਗਿਆਨ ਦਾ ਪਸਾਰ ਹੋਵੇ, ਤੇ ਉਹਦੀ ਅਸੀਂ ਵੱਧ ਤੋਂ ਵੱਧ ਆਪਣੀ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰੀਏ। ਹਰ ਵਿਅਕਤੀ ਨੂੰ ਆਪਣੀ ਜਿਹੜੀ ਮਾਤ ਭਾਸ਼ਾ ਹੈ ਉਹਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਇੱਕ ਆਪਣਾ ਮੰਚ ਮਿਲੇ। ਸੋ ਪਰ ਇਹ ਚੀਜ਼ਾਂ ਜਿਹੜੀਆਂ ਨੇ ਕਾਫੀ ਲੋਕ ਜਿਹੜੇ ਨੇ, ਕਈ ਲੋਕ ਜਿਹੜੇ ਨੇ ਉਹ ਗਲਤ ਤਰੀਕੇ ਨਾਲ ਇਹਨੂੰ ਹੈਂਡਲ ਕਰ ਰਹੇ ਨੇ। ਸੋ ਇਸੇ ਕਰਕੇ ਇਹ ਰੋਕਾਂ ਲੱਗਦੀਆਂ ਨੇ, ਇਸੇ ਕਰਕੇ ਫਿਰ ਖਦਸ਼ੇ ਪੈਦਾ ਹੁੰਦੇ ਨੇ ਕਿ ਅਗਾਂਹ ਕੀ ਬਣੇਗਾ। ਸੋ ਜਿਹੜੇ ਲੋਕ ਬੜੇ ਵਧੀਆ ਤਰੀਕੇ ਨਾਲ, ਸੁਰੱਖਿਅਤ ਤਰੀਕੇ ਦੇ ਨਾਲ ਪਾਸਵਰਡ ਰੱਖ ਕੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ, ਸੰਜੀਦਗੀ ਦੇ ਨਾਲ ਕਰਦੇ ਨੇ ਤੇ ਸੀਮਤ ਸਮਾਂ ਰੱਖਦੇ ਨੇ ਉਹਦੇ ਲਈ, ਤਾਂ ਉਹਨਾਂ ਦਾ ਜਿਹੜਾ ਭਵਿੱਖ ਹੈ ਹਮੇਸ਼ਾ ਹੀ ਉਜਵਲ ਹੋਏਗਾ। ਪਰ ਜ਼ਿਆਦਾ ਵਰਤੋਂ ਤੇ ਦੁਰਵਰਤੋਂ, ਇਹ ਦੋਨੇ ਚੀਜ਼ਾਂ ਹੀ ਮਾੜੀਆਂ ਨੇ। ਸੋਸ਼ਲ ਮੀਡੀਆ ਦੀ ਗੱਲ ਕਰੀਏ ਆਪਾਂ, ਚਾਹੇ ਆਪਾਂ ਸਮਾਰਟਫੋਨ ਦੀ ਗੱਲ ਕਰੀਏ, ਚਾਹੇ ਇੰਟਰਨੈਟ ਦੀ ਗੱਲ ਕਰੀਏ, ਕੋਈ ਵੀ ਗੱਲ ਕਰੀਏ, ਤਾਂ ਉਹਨਾਂ ਦੇ ਵਿੱਚ ਸੰਜਮ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਕੰਬੋਜ ਸਾਹਿਬ, ਇੱਕ ਚਰਚਾ ਇਹ ਵੀ ਆ ਰਹੀ ਹੈ ਕਿ ਮੈਟਾ ਕੰਪਨੀ ਨੂੰ ਕੋਈ ਕਾਨੂੰਨੀ ਨੋਟਿਸ ਦਿੱਤਾ ਗਿਆ ਹੈ ਜਾਂ ਦਿੱਤਾ ਜਾ ਰਿਹਾ ਹੈ। ਇਹ ਕਿਸ ਤਰ੍ਹਾਂ ਦਾ ਸ਼ਿਕਵਾ ਹੈ? ਕੀ ਇਹ ਸ਼ਿਕਾਇਤ ਇਸ ਜਿਹੜੀ ਦੂਜੀ ਕੰਪਨੀ ਵੱਲੋਂ, ਦੂਜੀ ਧਿਰ ਵੱਲੋਂ?
हाँ बिल्कुल, ट्विटर ਦੇ ਐਲਨ ਮਸਕ ਦਾ ਕਹਿਣਾ ਹੈ ਕਿ ਉਹਦਾ ਇੱਥੋਂ ਤੱਕ ਉਹਨਾਂ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਹੈ ਕਿ ਟਵਿੱਟਰ ਦਾ ਜਿਹੜਾ ਹੈ ਉਹ ਕਾਪੀ ਪੇਸਟ ਹੈ ਥ੍ਰੈਡਸ। ਸੋ ਕਾਪੀ ਪੇਸਟ ਸ਼ਬਦ ਉਹਨਾਂ ਨੇ ਵਰਤੇ ਨੇ ਔਰ ਕਾਨੂੰਨੀ ਨੋਟਿਸ ਭੇਜਣ ਦੀ ਗੱਲ ਵੀ ਕੀਤੀ ਹੈ। ਸੋ ਇਹ ਜੰਗ ਤਾਂ ਪਹਿਲਾਂ ਹੀ ਚੱਲੀ ਹੋਈ ਸੀ, ਹੁਣ ਇਹ ਜੰਗ ਹੋਰ ਭਖ ਗਈ ਹੈ ਤੇ ਇਹ ਜੰਗ ਕਾਨੂੰਨੀ ਤੌਰ ਦੇ ਉੱਤੇ ਕਿਸ ਪਾਸੇ ਲੈ ਕੇ ਜਾਏਗੀ ਇਹ ਆਉਣ ਵਾਲਾ ਸਮਾਂ ਦੱਸੇਗਾ। ਇਸ ਤਰ੍ਹਾਂ ਦੇ ਜਿਹੜੇ ਉਹਨਾਂ ਦਾ ਕਾਨੂੰਨੀ ਵਿੰਗ ਹੈ ਟਵਿੱਟਰ ਦਾ, ਉਹ ਕਿਸ ਤਰ੍ਹਾਂ ਦੀ ਜਿਹੜੀ ਹੈ ਕੇਸ ਜਿਹੜਾ ਉਹ ਫਾਈਲ ਕਰਦਾ ਹੈ, ਕਿੱਦਾਂ ਦੇ ਦੋਸ਼ ਲਗਾਉਂਦਾ ਹੈ, ਫਿਰ ਉਹ ਕਿੱਦਾਂ ਦੇ ਜਵਾਬ ਮਿਲਦੇ ਨੇ। ਸੋ ਆਉਣ ਵਾਲਾ ਸਮਾਂ ਉਹਦੇ ਬਾਰੇ ਦੱਸੇਗਾ। ਬਿਲਕੁਲ ਡਾਕਟਰ CP ਸਿੰਘ ਕੰਬੋਜ ਜੀ, ਤੁਸੀਂ ਟਵਿੱਟਰ ਤੇ ਜਿਹੜੀ ਨਵੀਂ ਐਪ ਥ੍ਰੈਡਸ ਸੰਬੰਧੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਬੜੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ। ਅਸਲ ਦੇ ਵਿੱਚ ਪਹਿਲਾਂ ਇੱਕ ਜਦੋਂ ਟਵਿੱਟਰ ਨੂੰ ਇੱਕ ਪੰਜਾਬੀ ਮੁਹਾਵਰੇ ਦੇ ਵਿੱਚ ਜੋੜ ਕੇ ਵੇਖਿਆ ਜਾਂਦਾ ਸੀ, ਕਈ ਆਗੂ ਆਮ ਤੌਰ 'ਤੇ ਕਿਸੇ ਤੇ ਦੋਸ਼ ਸ਼ਿਕਵੇ ਲਾਉਂਦੇ ਸੀ ਤਾਂ ਇੱਦਾਂ ਗੱਲ ਤੁਰਦੀ ਸੀ ਕਿ ਉਹ ਪੁਰਾਣੇ ਟਵਿੱਟਰ ਹੋਏ ਪਏ ਹੈ। ਕਹਿੰਦਾ ਭਾਵ ਕਿ ਜਿਵੇਂ ਇੱਦਾਂ ਮਹਿਸੂਸ ਹੁੰਦਾ ਸੀ ਕਿ ਜਿਵੇਂ ਉਹ ਡਾਂਗੋ ਡਾਂਗੀ ਹੋਏ ਪਏ। ਤੇ ਹੁਣ ਇੱਕ ਨਵੀਂ ਐਪ ਆ ਗਈ ਹੈ, ਉਹਦੇ ਵਿੱਚ ਜਿਵੇਂ ਥ੍ਰੈਡਸ ਹੀ ਹੋਇਆ ਕਰਨਗੇ, ਕਹਿੰਦਾ ਫੜ ਲਓ ਜਾਂ ਇੱਦਾਂ ਦੀ ਗੱਲ, ਇੱਦਾਂ ਦਾ ਇੱਕ ਸਾਨੂੰ ਵੇਖਣ ਨੂੰ ਕੁਛ ਮਿਲੇਗਾ ਅਗਲੇ ਸਮੇਂ। ਡਾਕਟਰ ਸਾਹਿਬ, ਤੁਸੀਂ ਇਸ ਸਾਰੇ ਸਮੁੱਚੇ ਮਾਮਲੇ ਦੇ ਵਿੱਚ ਵਕਤ ਕੱਢਿਆ, ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਬੜੀ ਦੁਰਲੱਭ ਹੈ। ਤੁਹਾਡਾ ਧੰਨਵਾਦ। ਈ ਮਿਸ਼ਨ ਪੰਜਾਬੀ।